हाँ जी, वाहिगुरू जी का खालसा वाहिगुरू जी की फतेह। नवीं सवेर का नवां सुनेहा। हमेशा उत्साह विच रहना, चढ़दी कला विच रहना, कायम रहना, सिੱਖਣਾ। ਅਸੀਂ ਸਿੱਖ ਸਕਦੇ ਹਾਂ, ਇਹ ਸਿੱਖਿਆ ਜਾ ਸਕਦਾ ਹੈ। ਹੌਲੀ ਹੌਲੀ ਸਾਡੇ ਸੁਭਾਅ ਵਿੱਚ ਆ ਸਕਦਾ ਹੈ। ਜਿਹੜੇ ਕੰਮ ਪੈਂਡਿੰਗ ਪਏ ਨੇ ਉਹਨਾਂ ਕੰਮਾਂ ਨੂੰ ਨਿਬੇੜਨਾ, ਆਪਣੀਆਂ ਜ਼ਿੰਮੇਵਾਰੀਆਂ ਸਹੀ ਨਿਭਾਉਣੀਆਂ, ਫਰਜ਼ ਸਹੀ ਨਿਭਾਉਣੇ, ਇਹਦੇ ਨਾਲ ਹੌਲੀ ਅਸੀਂ ਮਨੋਬਲ ਸਾਡਾ ਬਣਿਆ ਰਹੇਗਾ। ਜੇ ਗੱਲਾਂ ਬਾਤਾਂ ਵਾਲੀ ਚੜ੍ਹਦੀ ਕਲਾ ਉਹ ਵੀ ਨਹੀਂ ਹੋਣੀ ਵੀ ਬਹੁਤ ਚੜ੍ਹਦੀ ਕਲਾ 'ਚ ਮੈਂ ਇੱਦਾਂ ਨਹੀਂ ਹੋਣਾ। ਤੁਹਾਨੂੰ ਨਾਲ ਆਪਣੇ ਫਰਜ਼, ਰਿਸਪੋਂਸੀਬਿਲਟੀਜ਼ ਜਿੰਨੀਆਂ ਵੀ ਨੇ, ਜ਼ਿੰਮੇਵਾਰੀਆਂ ਨੇ, ਪਰਫੈਕਟ ਤਰੀਕੇ ਨਾਲ ਨਿਭਾਉਣੀਆਂ ਪੈਣਗੀਆਂ। ਫਿਰ ਮਨ ਹੈ ਜਿਹੜਾ ਖਿੜਿਆ ਰਹਿੰਦਾ। ਜਿੰਨੀਆਂ ਵਧੀਆ ਜ਼ਿੰਮੇਵਾਰੀਆਂ ਨਿਭਾਵਾਂਗੇ, ਫਰਜ਼ ਨਿਭਾਵਾਂਗੇ, ਓਨੇ ਸੌਖੇ ਰਹਾਂਗੇ। ਸੋ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਦੀ ਵੀ ਕੁਦਰਤ ਨਾਲ ਨਹੀਂ ਲੜਨਾ। ਕੁਦਰਤ ਦੇ ਨਾਲ ਲੜ ਕੇ ਥੱਕਾਂਗੇ, ਅੱਕਾਂਗੇ, ਪਰੇਸ਼ਾਨ ਹੋ ਜਾਵਾਂਗੇ। ਕੁਦਰਤ ਨਾਲ ਲੜਨਾ ਕੀ ਹੁੰਦਾ? ਅਸਲ ਦੇ ਵਿੱਚ ਕੁਦਰਤ ਨਾਲ ਲੜਨਾ ਹੀ ਰੱਬ ਨਾਲ ਲੜਨਾ ਹੈ। ਕਿਉਂਕਿ ਰੱਬ ਕੋਈ ਬੰਦਾ ਤਾਂ ਹੈ ਨਹੀਂ, ਕਾਦਰ ਹੀ ਫੈਲ ਕੇ ਕੁਦਰਤ ਬਣ ਗਿਆ। ਆਪਣੇ ਆਪ ਨੂੰ ਬੜਾ ਵੱਡਾ ਕਰ ਲਿਆ ਉਹਨੇ, ਬੀਜ ਦਰਖਤ ਬਣ ਗਿਆ। ਇਹ ਬਹੁਤ ਵਾਰ ਗੱਲ ਹੋਈ ਹੈ ਵੀ ਕ੍ਰੀਏਟਰ ਹੀ ਕ੍ਰੀਏਸ਼ਨ ਹੈ, ਕਿਉਂਕਿ ਲਗਾਤਾਰ ਆਪਣੇ ਆਪ ਨੂੰ ਵਧਾ ਰਿਹਾ। ਸਹਿਭੰਗ ਹੈ, ਆਪਣੇ ਆਪ ਤੋਂ ਬਣੀ ਹੈ ਕੁਦਰਤ। ਇਹ ਆਪ ਹੀ ਫੈਲਿਆ। ਇਹਨੂੰ ਰੱਬ ਕਹਿ ਲਓ, ਪਰਮਾਤਮਾ ਕਹਿ ਲਓ, ਇਹਨੂੰ ਕੁਦਰਤ ਕਹਿ ਲਓ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਜਿਹੜੀ ਮੈਂ ਗੱਲ ਕਹਿ ਰਿਹਾ ਕਿ ਜਦੋਂ ਅਸੀਂ ਕੁਦਰਤ ਨਾਲ ਲੜਦੇ ਹਾਂ, ਇੱਕ ਤਰ੍ਹਾਂ ਨਾਲ ਅਸੀਂ ਰੱਬ ਨਾਲ ਲੜ ਰਹੇ ਹਾਂ। ਹੁਣ ਜੇ ਅਸੀਂ ਰੱਬ ਨਾਲ ਲੜੀਏ, ਕੁਦਰਤ ਨਾਲ ਲੜੀਏ, ਤੇ ਉੱਦਾਂ ਕਹੀਏ ਵਾਹਿਗੁਰੂ 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 ਵਾਹਿਗੁਰੂ, ਰਾਮ 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 ਰਾਮ, ਕੀ ਅਰਥ ਬਣੇਗਾ ਉਹਦਾ? ਚਾਹੀਦਾ ਇਹ ਹੈ ਕਿ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਲਾਗੂ ਕਰੀਏ। ਕੁਦਰਤ ਦੇ ਨਾਲ ਨਾ ਕਦੇ ਲੜੀਏ। ਹੁਣ ਜਿਵੇਂ ਮੰਨ ਲਓ ਅਸੀਂ ਮੰਨ ਲਓ 10 ਵਜੇ ਸਾਨੂੰ ਨੀਂਦ ਆ ਗਈ, ਅਸੀਂ ਸੌਂ ਗਏ। ਸਾਡੀ ਬੋਡੀ ਨੂੰ ਕੁਦਰਤੀ ਨੀਂਦ 7 ਘੰਟੇ ਚਾਹੀਦੀ ਹੈ, ਤੇ ਸਾਨੂੰ ਕਿਸੇ ਨੇ ਆਖਿਆ 2 ਵਜੇ ਉੱਠ ਕੇ ਨਾਮ ਜਪੋ, ਜਾਂ 11 ਵਜੇ ਸੁੱਤਾ 2 ਵਜੇ ਉੱਠ ਪਿਆ, 3 ਘੰਟੇ ਸੌਂ ਕੇ ਤੇ ਆਪਣੇ ਆਪ ਨੂੰ ਇਦਾਂ ਬਿਠਾ ਕੇ ਰੱਬ ਨੂੰ ਯਾਦ ਕਰ ਰਿਹਾ, ਪਰ ਬੋਡੀ ਦੇ ਹਿਸਾਬ ਨਾਲ ਕੁਦਰਤ ਦਾ ਜਿਹੜਾ ਨਿਯਮ ਹੈ ਉਹਨੂੰ ਪੂਰਾ ਨਹੀਂ ਕਰਦਾ, ਕੁਦਰਤ ਨਾਲ ਲੜ ਰਿਹਾ। ਸਿਸਟਮ ਹੈ ਕਿ ਤੁਸੀਂ 7-8 ਘੰਟੇ ਬਾਅਦ, ਜਾਂ ਕਹਿ ਲਓ 5 ਘੰਟੇ ਬਾਅਦ, 6 ਘੰਟੇ ਬਾਅਦ ਪ੍ਰਸ਼ਾਦਾ ਛਕੋ, 2 ਟਾਈਮ ਰੋਟੀ ਖਾਓ, ਇਹਨੂੰ ਬਣਦਾ ਪਾਣੀ ਦਿਓ, ਬਣਦੀ ਖੁਰਾਕ ਦਿਓ, ਅੰਨ ਦਿਓ, ਜੋ ਵੀ ਤੁਹਾਡੀ ਖੁਰਾਕ ਹੈ। ਪਰ ਤੁਸੀਂ ਖੁਰਾਕ ਦੇਣ ਦੀ ਬਜਾਏ ਭੁੱਖੇ ਰਹੋ ਵੀ ਮੈਂ ਤਾਂ ਭੁੱਖਾ ਰਹਿਣਾ। ਹੁਣ ਰੱਬ ਨੂੰ ਜਪ ਰਿਹਾ, ਰੱਬ ਕਰ ਰਿਹਾ, ਪਰ ਭੁੱਖੇ ਰਹਿ ਕੇ ਤੁਸੀਂ ਕੁਦਰਤ ਦੇ ਨਿਯਮ ਨੂੰ ਤੋੜਿਆ, ਲੜ ਰਹੇ ਹੋ ਤੁਸੀਂ ਕੁਦਰਤ ਨਾਲ। ਮਨ ਹੁਣ ਸਰੀਰ ਦੇ ਸਿਸਟਮ ਦੇ ਹਿਸਾਬ ਨਾਲ ਤਾਂ ਇਹਨੂੰ ਖੁਰਾਕ ਦੇਣੀ ਸੀ, ਪਰ ਤੁਸੀਂ ਖੁਰਾਕ ਨਹੀਂ ਨਾ ਦੇ ਕੇ ਜਾਂ ਨਾ ਸੌਂ ਕੇ ਤੁਸੀਂ ਕੁਦਰਤ ਦੇ ਉਲਟ ਚੱਲ ਰਹੇ ਹੋ, ਤੇ ਬਿਮਾਰੀਆਂ ਲੱਗਣਗੀਆਂ। ਜੇ ਹੁਣ ਮੰਨ ਲਓ ਤੁਸੀਂ ਕੁਦਰਤ ਨਾਲ ਲੜ ਕੇ ਧੱਕੇ ਨਾਲ 2 ਵਜੇ ਉੱਠ ਕੇ ਬਹਿ ਵੀ ਜਾਓ, ਕੁਦਰਤ ਜਿਹੜੀ ਹੈ ਨਿਰਭਉ ਨਿਰਵੈਰ ਹੈ। ਉਹਨੇ ਨਹੀਂ ਵੇਖਣਾ ਤੂੰ ਧਾਰਮਿਕ ਹੈ। ਡਿਪਰੈਸ਼ਨ ਦੇ ਵਿੱਚ ਕਈ ਇੱਦਾਂ ਦੇ ਬੰਦੇ ਵੀ ਚਲੇ ਜਾਣਗੇ। ਜੇ ਸਿਰਫ 3 ਘੰਟੇ ਸੌਏਗਾ, ਬਿਮਾਰ ਹੋਏਗਾ, ਸਿਹਤ ਖਰਾਬ ਹੋਣ ਲੱਗ ਜਾਏਗੀ। ਜੇ ਭੁੱਖਾ ਰਹਿ ਕੇ ਰੱਬ ਨੂੰ ਧਿਆਏਗਾ ਤੇ ਬੋਡੀ ਦੇ ਵਿੱਚ ਪ੍ਰੋਬਲਮਾਂ ਆਉਣਗੀਆਂ। ਕਿਉਂ? ਕਿਉਂਕਿ ਕੁਦਰਤ ਨਾਲ ਤੁਸੀਂ ਲੜ ਰਹੇ ਹੋ। ਤਾਂ ਕਰਕੇ ਜਿਹੜੀ ਚੀਜ਼ ਨੈਚੁਰਲ ਹੈ ਨਾ,
ਉਹਦੇ ਨਾਲ ਲੜੋ ਨਾ, ਕੁਦਰਤ ਨਾਲ ਨਾ ਕਦੇ ਲੜੋ। ਸਾਡੇ ਬੰਦੇ ਲੜ ਰਹੇ ਨੇ। ਧਰਮ ਦੇ ਵਿੱਚ, ਸਿਸਟਮ ਦੇ ਵਿੱਚ ਸਾਨੂੰ ਸਿਖਾਇਆ ਹੀ ਇਹ ਕੁਝ ਜਾ ਰਿਹਾ ਹੈ। ਅੱਜ ਸਾਡਾ ਜਿਹੜਾ ਢਾਂਚਾ ਹੈ ਸਾਨੂੰ ਸਿਖਾਉਂਦਾ ਹੀ ਇਹ ਕੁਛ ਹੈ। ਹੁਣ ਜਿਵੇਂ ਇੱਕ ਗੱਲ ਬਹੁਤ ਪ੍ਰਚਲਿਤ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੜੇ ਖਤਰਨਾਕ ਵਕਾਰ ਨੇ। ਤੇ ਮੈਂ ਇਹ ਗੱਲ ਕਿੰਨੀ ਵਾਰ ਸਟੇਜ ਤੇ ਕੀਤੀ ਹੈ ਵੀ ਕਾਮ ਬੰਦੇ ਦੇ ਅੰਦਰ ਹੈ। ਅਸੀਂ ਕਹਿੰਦੇ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਿਸਟਮ ਦੇ ਵਿੱਚ ਕਾਮ ਵੀ ਆਉਂਦਾ ਹੈ, ਕ੍ਰੋਧ ਵੀ ਆਉਂਦਾ ਹੈ, ਲੋਭ, ਮੋਹ, ਹੰਕਾਰ। ਜਦੋਂ ਸਭ ਕੁਝ ਪਰਮਾਤਮਾ ਹੈ ਤੇ ਇਹ ਵੀ ਪੰਜੇ ਨੇ, ਗਲਤ ਕਿੱਦਾਂ ਹੋ ਗਏ? ਐਨਰਜੀ ਹੈ, ਵਕਾਰ ਨੇ ਇਹ ਜਿਹੜੇ। ਇਹ ਵਕਾਰ ਮੂਰਖ ਬੰਦੇ ਲਈ ਨੇ। ਗਿਆਨੀ ਦੇ ਇਹ ਪੰਜੇ ਗੁਣ ਨੇ ਤੇ ਅਗਿਆਨੀ ਦੇ ਇਹ ਪੰਜੇ ਔਗਣ ਨੇ। ਫਿਰ ਸੁਣੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਔਗਣ ਨੇ ਅਗਿਆਨੀ ਦੇ, ਪਰ ਗਿਆਨੀ ਦੇ ਇਹ ਗੁਣ ਨੇ। ਗਿਆਨੀ ਵਾਸਤੇ ਤੇ ਗੁਣ ਨੇ। ਉਹਨੇ ਆਪਣੇ ਕਾਮ ਨੂੰ, ਤਾਕਤ ਨੂੰ ਸਹੀ ਤਰੀਕੇ ਸਿਰ ਵਰਤਣਾ ਹੈ, ਕ੍ਰੋਧ ਨੂੰ ਸਾਂਭ ਕੇ ਰੱਖਣਾ ਹੈ, ਉਹਨੂੰ ਸਹੀ ਤਰੀਕੇ ਸਿਰ ਡਿਲੀਵਰ ਕਰਨਾ ਹੈ। ਲੋਭ ਉਹਨੇ ਚੰਗੀਆਂ ਚੀਜ਼ਾਂ ਦਾ ਕਰਨਾ ਹੈ, ਵੱਧ ਤੋਂ ਵੱਧ ਗਿਆਨ ਇਕੱਠਾ ਕਰਾਂ, ਸਮਝ ਇਕੱਠੀ ਕਰਾਂ। ਇਹ ਵੀ ਤੇ ਲੋਭ ਹੈ, ਗਲਤ ਪਾਸੇ ਨਹੀਂ। ਮੋਹ ਹੈ ਜਿਹੜਾ ਸਾਰਿਆਂ ਨਾਲ ਕਰਾਂ। ਯਾਰ ਗੁਰੂ ਗੋਬਿੰਦ ਸਿੰਘ ਕਿੱਡੇ ਮੋਹ ਦੇ ਭਰਪੂਰ ਨੇ ਕਿ ਸਭ ਨਾਲ ਮੋਹ ਕਰਦੇ ਆ, ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ। ਸਮੁੱਚਤਾ ਨਾਲ ਮੋਹ, ਸਾਰਿਆਂ ਨਾਲ ਮੋਹ। ਹੰਕਾਰ ਹੀ ਕੌਨਫੀਡੈਂਸ ਹੈ, ਮੈਂ ਕਰ ਲਾਂਗਾ, ਮੈਂ ਕਰ ਸਕਦਾ, ਮੈਂ ਫਸਟ ਆਵਾਂਗਾ, ਮੈਂ ਕਰਕੇ ਵਿਖਾਵਾਂਗਾ। ਇਹ ਵੀ ਹੰਕਾਰ ਹੈ, ਕੌਨਫੀਡੈਂਸ ਹੈ, ਆਪਣੇ ਆਪ ਤੇ ਆਤਮ ਵਿਸ਼ਵਾਸ। ਇਹ ਗਿਆਨੀ ਦੇ ਤੇ ਗੁਣ ਨੇ, ਪਰ ਅਗਿਆਨੀ ਦੇ ਇਹ ਔਗਣ ਨੇ। ਗਿਆਨੀ ਇਹਨਾਂ ਨੂੰ ਕੰਟਰੋਲ 'ਚ ਰੱਖਦਾ ਹੈ। ਕਾਮ ਨੂੰ ਕਿੱਦਾਂ ਵਰਤਣਾ ਮੈਨੂੰ ਪਤਾ ਹੈ, ਗੁੱਸੇ ਆਪਣੇ ਨੂੰ ਕਿੱਦਾਂ ਵਰਤਣਾ ਮੈਨੂੰ ਪਤਾ ਹੈ, ਲੋਭ ਆਪਣੇ ਨੂੰ ਕਿੱਦਾਂ ਵਰਤਣਾ। ਪੈਸਾ ਦਾ ਲੋਭ ਨਹੀਂ, ਪੜ੍ਹਨ ਦਾ ਲੋਭ ਵੀ ਹੋ ਸਕਦਾ, ਸਮਝਣ ਦਾ ਲੋਭ ਵੀ ਹੋ ਸਕਦਾ, ਚੰਗੇ ਕੰਮ ਕਰਨ ਦਾ ਲੋਭ ਹੈ ਮੈਨੂੰ, ਉਹਨੂੰ ਪਤਾ ਕਿਵੇਂ ਵਰਤਣਾ। ਮੋਹ ਨੂੰ ਮੈਂ ਕਿਵੇਂ ਵਰਤਣਾ, ਉਹਦੇ ਅੰਡਰ ਕੰਟਰੋਲ ਨੇ। ਹੰਕਾਰ ਨੂੰ ਮੈਂ ਕਿਸ ਤਰ੍ਹਾਂ ਆਪਣੇ ਕੌਨਫੀਡੈਂਸ ਬਣਾਉਣਾ। ਮਤਲਬ ਜਿਵੇਂ ਘੋੜੇ ਦਾ ਸਵਾਰ ਘੋੜੇ ਨੂੰ ਕੰਟਰੋਲ 'ਚ ਰੱਖਦਾ ਹੈ, ਗੱਡੀ ਦਾ ਡਰਾਈਵਰ ਗੱਡੀ ਨੂੰ ਕੰਟਰੋਲ 'ਚ ਰੱਖਦਾ ਹੈ, ਜਹਾਜ਼ ਦਾ ਪਾਇਲਟ ਜਹਾਜ਼ ਨੂੰ ਆਪਣੇ ਕੰਟਰੋਲ 'ਚ ਰੱਖਦਾ ਹੈ। ਆਊਟ ਆਫ ਕੰਟਰੋਲ ਹੋ ਗਿਆ ਜਹਾਜ਼, ਫਿਰ ਵੇਖੋ। ਆਊਟ ਆਫ ਕੰਟਰੋਲ ਹੋ ਜਾਏ ਗੱਡੀ, ਫਿਰ ਵੇਖੋ। ਆਊਟ ਆਫ ਕੰਟਰੋਲ ਹੋ ਗਿਆ ਘੋੜਾ, ਫਿਰ ਵੇਖੋ। ਇਹ ਜਦੋਂ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਫਿਰ ਪ੍ਰੋਬਲਮ ਕਰਦੇ ਨੇ। ਅਗਿਆਨੀ ਨੂੰ ਮਾਰਦੇ ਨੇ ਤੇ ਗਿਆਨੀ ਨੂੰ ਇਹ ਤਾਰਦੇ ਨੇ, ਦੂਰ ਤੱਕ ਲੈ ਜਾਂਦੇ ਨੇ। ਇਹ ਮਾੜੇ ਕਿਵੇਂ ਹੋ ਗਏ? ਮਾੜੇ ਨਹੀਂ ਸੀ, ਮੈਂ ਮਾੜਾ ਸੀ ਜਿੰਨੇ ਇਹਨਾਂ ਨੂੰ ਵਰਤਣਾ ਨਹੀਂ ਆਇਆ। ਘੋੜਾ ਮਾੜਾ ਨਹੀਂ ਸੀ, ਮੈਨੂੰ ਸਵਾਰੀ ਨਹੀਂ ਕਰਨੀ ਆਈ। ਟਰੈਕਟਰ ਮਾੜਾ ਨਹੀਂ ਸੀ, ਗੱਡੀ ਮਾੜੀ ਨਹੀਂ ਸੀ, ਮੈਨੂੰ ਚਲਾਉਣੀ ਨਹੀਂ ਆਈ। ਜਹਾਜ਼ ਮਾੜਾ ਨਹੀਂ ਸੀ, ਜਹਾਜ਼ ਤੇ 10 ਘੰਟੇ ਦੇ ਵਿੱਚ ਕਿਤੇ ਦੀ ਕਿਤੇ ਲੈ ਜਾਂਦਾ ਹੈ, 14 ਘੰਟੇ 'ਚ ਬੰਦਾ ਅਮਰੀਕਾ ਜਾ ਪਹੁੰਚਦਾ, ਪਰ ਮੈਨੂੰ ਹੀ ਉਡਾਉਣਾ ਨਹੀਂ ਆਇਆ। ਇਹ ਮਾੜੇ ਨਹੀਂ ਸੀ, ਮੈਨੂੰ ਸਮਝ ਨਹੀਂ ਆਈ। ਕੁਦਰਤ ਵਿੱਚ ਕੁਛ ਵੀ ਮਾੜਾ ਹੈ ਨਹੀਂ, ਸਾਰੀ ਕੁਦਰਤ ਕਮਾਲ ਦੀ ਹੈ, ਰੱਬ ਕਮਾਲ ਦਾ ਹੈ, ਫੈਲਿਆ ਹੋਇਆ ਪਰਮਾਤਮਾ ਹੈ। ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੂੰ ਮਦ ਨਿਰਾਰੇ। ਤੂੰ ਬੜਾ ਸੋਹਣਾ ਹੈ, ਇਹ ਕਹਿਣਾ ਹੈ। ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਾੜੇ ਕਿਵੇਂ ਹੋ ਗਏ? ਤੇ ਵਿੱਚ ਹੀ ਐਨਰਜੀ ਹੈ ਬੋਡੀ ਦੇ ਵਿੱਚ। ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾ ਹੋਵੇ, ਦੁਨੀਆ ਚੱਲੇਗੀ ਕਿਵੇਂ? ਕਿਵੇਂ ਚੱਲੇਗੀ? ਇੱਕ ਊਰਜਾ ਹੈ ਬੋਡੀ ਦੇ ਵਿੱਚ ਕਾਮ ਦੀ, ਤੇ ਉਹਨੂੰ ਊਰਜਾ ਨੂੰ ਵਰਤ ਕੇ ਹੀ ਤੇ ਲੋਕੀ ਕਿਤੇ ਦੀ ਕਿਤੇ ਪਹੁੰਚੇ ਹੈ। ਮੋਹ, ਕ੍ਰੋਧ, ਅੰਦਰ ਦਾ ਗੁੱਸਾ ਵੀ ਕਰਕੇ ਵਿਖਾਊਂ ਮੈਂ। ਇਹ ਕਿਵੇਂ? ਇਹ ਮਾੜੇ ਨਹੀਂ ਸੀ, ਇਹ ਚੰਗੀਆਂ ਚੀਜ਼ਾਂ ਨੇ, ਬਸ ਵਰਤੋਂ ਮਾੜੀ ਹੈ। ਤੇ ਇਹਨਾਂ ਨੂੰ ਵਸ ਕਰੋ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਇਹ ਕੰਟਰੋਲ 'ਚ ਹੁੰਦੇ ਹੈ। ਘੋੜਾ ਮੇਰੇ ਕੰਟਰੋਲ 'ਚ ਹੈ, ਗੱਡੀ ਮੇਰੇ ਕੰਟਰੋਲ 'ਚ ਹੈ। ਵੇਖਿਆ ਚੰਗੇ ਡਰਾਈਵਰ ਕਹਿਣਗੇ ਮੇਰੇ ਤੋਂ ਐਡੀਆਂ ਵੱਡੀਆਂ ਬੱਸਾਂ ਚਲਾਉਂਦੇ, ਕਹਿੰਦੇ ਮੇਰੇ ਕੰਟਰੋਲ 'ਚ ਹੈ, ਪਰਵਾਹ ਨਾ ਕਰੋ। ਐਡਾ ਵੱਡਾ ਜਹਾਜ਼ ਹੈ, ਕਹਿੰਦਾ ਮੇਰੇ ਕੰਟਰੋਲ 'ਚ ਹੈ, ਡਰੋ ਨਾ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਕੰਟਰੋਲ 'ਚ ਨੇ, ਡਰੋ ਨਾ। ਤੇਰੀ ਸ਼ਰਨ ਤੇਰੇ ਪ੍ਰਵਾਸੇ। ਗਿਆਨ ਦੀ ਜਦੋਂ ਮੈਂ ਸ਼ਰਨ ਪਿਆ, ਜਦੋਂ ਮੈਂ ਤੇਰੇ ਤੇ ਭਰੋਸਾ ਕੀਤਾ, ਗਿਆਨਵਾਨ ਹੋਇਆ, ਸਮਝਦਾਰ ਹੋਇਆ,
ਪੰਚ ਦੁਸ਼ਟ ਲੈ ਸਾਧੇ, ਮੈਂ ਪੰਜਾਂ ਦੁਸ਼ਟਾਂ ਨੂੰ ਸਾਧ ਲਿਆ, ਮੈਂ ਇਹਨਾਂ ਪੰਜਾਂ ਨੂੰ ਕੰਟਰੋਲ 'ਚ ਕਰ ਲਿਆ, ਵਸ 'ਚ ਕਰ ਲਿਆ। ਇਹ ਪੰਜਾਂ ਨੂੰ ਮੈਂ ਵਸ 'ਚ ਕਰ ਲਿਆ। ਪੰਚ ਦੁਸ਼ਟ ਲੈ ਸਾਧੇ, ਇਹ ਸਾਧ ਲਏ। ਸੰਖੀਆ ਬਹੁਤ ਮਾੜਾ ਹੈ, ਜ਼ਹਿਰ ਹੈ ਸੰਖੀਆ, ਖਾ ਲਵੇ ਬੰਦਾ ਮਰ ਜੇ ਨਾ, ਪਰ ਵੈਦ ਉਹਨੂੰ ਸਾਧ ਲੈਂਦੇ ਨੇ। ਸੋਧਿਆ ਹੋਇਆ ਸੰਖੀਆ ਨਹੀਂ ਮਾੜਾ, ਸੋਧ ਲਿਆ ਜਾਂਦਾ ਹੈ। ਇਸੇ ਤਰ੍ਹਾਂ ਮਾੜਾ ਕੁਛ ਨਹੀਂ ਹੁੰਦਾ ਜਦੋਂ ਅਸੀਂ ਸਹੀ ਤਰੀਕੇ ਸਿਰ ਇਹਨਾਂ ਨੂੰ ਵਰਤਾਂਗੇ। ਇਹ ਗਿਆਨੀਆਂ ਦੇ ਤੇ ਗੁਣ ਨੇ, ਗਿਆਨੀਆਂ ਦੀ ਤੇ ਤਾਕਤ ਨੇ, ਅਗਿਆਨੀਆਂ ਲਈ ਇਹ ਔਗਣ ਨੇ, ਮਾੜੇ ਨੇ। ਹੁਣ ਫਿਰ ਕੀ ਕਹਿਣਾ? ਕਦੇ ਨਾ ਕਹੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੇ ਨੇ। ਮਾੜਾ ਮੈਂ ਆ, ਮੇਰੀ ਸਮਝ ਘੱਟ ਸੀ, ਮੈਂ ਇਹਨਾਂ ਨੂੰ ਕੰਟਰੋਲ ਕਿਵੇਂ ਰੱਖਦਾ। ਕਾਮ ਨੂੰ ਮੈਂ ਕੰਟਰੋਲ 'ਚ ਰੱਖਣਾ ਸੀ, ਮੇਰੇ ਸਿਰ ਤੇ ਕਾਮ ਚੜ੍ਹ ਕੇ ਮੇਰੇ ਤੋਂ ਗਲਤੀਆਂ ਕਰਾ ਰਿਹਾ। ਕ੍ਰੋਧ ਮੇਰੇ ਸਿਰ ਤੇ ਚੜ੍ਹ ਜਾਂਦਾ, ਮੈਨੂੰ ਤੇ ਪਤਾ ਹੀ ਨਹੀਂ ਲੱਗਦਾ। ਗੁੱਸਾ ਮੇਰੇ ਤੇ ਹਾਵੀ ਹੋ ਜਾਂਦਾ, ਮੇਰੇ ਤੋਂ ਗਲਤੀਆਂ ਕਰਾ ਰਿਹਾ। ਲੋਭ ਮੇਰੇ ਤੇ ਹਾਵੀ ਹੁੰਦਾ, ਮੈਂ ਕੰਟਰੋਲ ਕਰਨਾ ਸੀ, ਇਹ ਮੈਨੂੰ ਕੰਟਰੋਲ ਕਰਦਾ। ਮੈਂ ਟਰੈਕਟਰ ਤੇ ਬਹਿਣਾ ਸੀ, ਜੇ ਟਰੈਕਟਰ ਤੁਹਾਡੇ ਤੇ ਚੜ੍ਹ ਜੇ, ਤੁਸੀਂ ਟਰੈਕਟਰ ਤੇ ਚੜ੍ਹਨਾ, ਸਵਾਰੀ ਕਰਨੀ ਹੈ, ਪਰ ਟਰੈਕਟਰ ਤੁਹਾਡੇ ਤੇ ਚੜ੍ਹ ਗਿਆ ਮਾਰ ਦੂਗਾ। ਘੋੜੇ ਤੇ ਤੂੰ ਬਹਿਣਾ, ਘੋੜਾ ਜੇ ਤੇਰੇ ਤੇ ਬਹਿ ਗਿਆ ਘੋੜਾ ਮਾਰ ਦੂਗਾ, ਮਾਰ ਦੇਗਾ ਭਾਈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੇੜਾ ਗਰਕ ਕਰ ਦਿੰਦੇ ਨੇ ਮੂਰਖਾਂ ਦਾ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੇੜਾ ਤਾਰ ਦਿੰਦੇ ਨੇ ਗਿਆਨੀਆਂ ਦਾ, ਸਿਆਣਿਆਂ ਦਾ, ਸਮਝਦਾਰਾਂ ਦਾ, ਸਮਝਦਾਰਾਂ ਦਾ। ਫਿਰ ਹੁਣ ਲੋੜ ਕੀ ਹੈ? ਇਹਨਾਂ ਨੂੰ ਦਬਾਉਣ ਦੀ ਲੋੜ ਨਹੀਂ, ਇਹਨਾਂ ਨੂੰ ਡਾਇਰੈਕਸ਼ਨ ਦਿਓ ਸਹੀ। ਗੱਡੀ ਨੂੰ ਰੋਕੋ ਨਾ, ਸਹੀ ਮੋੜ ਮੋੜੋ। ਦਬਾਓਗੇ, ਕੋਈ ਵੀ એનર્ਜੀ ਦਬਾ ਕਿਵੇਂ ਲਾਓਗੇ ਤੁਸੀਂ? ਜਦੋਂ ਦਬਾਓਗੇ ਉਹਨੇ ਪ੍ਰੈਸ਼ਰ ਨਾਲ ਉਹਨੇ ਦੁਬਾਰਾ ਉੱਠਣਾ। ਤੁਹਾਨੂੰ ਕੀ ਲੱਗਦਾ ਕਾਮ ਦਬ ਜਾਏਗਾ, ਕ੍ਰੋਧ ਦਬ ਜਾਏਗਾ, ਲੋਭ ਦਬ ਜਾਏਗਾ, ਮੋਹ ਦਬ ਜਾਏਗਾ? ਨਹੀਂ, ਇਹਨੂੰ ਫੈਲਾਓ, ਸਹੀ ਦਿਸ਼ਾ ਦੇ ਦਿਓ। ਤੁਹਾਡੀ એનર્ਜੀ ਹੈ ਇਹ, ਤੁਹਾਡੀ ਤਾਕਤ ਹੈ, ਤੁਸੀਂ ਹੋ ਇਹ। ਅਸਲ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡਾ ਹੀ ਰੂਪ ਹੈ, ਸਾਡੇ ਵਿੱਚ ਤੁਸੀਂ ਹੋ। ਇਹਨੂੰ ਦਿਸ਼ਾ ਦੇ ਦਿਓ, ਇਸ ਤਾਕਤ ਨੂੰ ਸਹੀ ਡਾਇਰੈਕਸ਼ਨ ਦੇ ਦਿਓ। ਇਹਨੂੰ ਮਾਰੋ ਨਾ, ਇਹਨੂੰ ਦਬਾਓ ਨਾ। ਇਹ ਦਬਣਾ ਤਾਂ ਹੈ ਹੀ ਨਹੀਂ। ਤੁਹਾਨੂੰ ਕੀ ਲੱਗਦਾ ਕ੍ਰੋਧ ਨੂੰ ਕਿੱਦਾਂ ਦਬਾ ਲਓਗੇ ਤੁਸੀਂ? ਇਹਨੇ ਦਬਣਾ ਨਹੀਂ, ਇਹਨੂੰ ਵਰਤਣਾ ਹੈ। ਲੋਭ ਕਾਮ ਨੂੰ ਮੋਹ ਨੂੰ ਇਹਨੂੰ ਵਰਤਣਾ ਹੈ। ਜੂਝ ਕਰ ਸਕਦੇ ਹੋ ਤੁਸੀਂ, ਖਤਮ ਨਹੀਂ ਕਾਮ ਨੂੰ ਕਰ ਸਕਦੇ। ਕੁਦਰਤ ਵਿੱਚ ਕੁਝ ਚੀਜ਼ ਖਤਮ ਨਹੀਂ ਹੁੰਦੀ। ਇੱਥੇ ਇੱਕ ਪੱਤਾ ਵੀ ਖਤਮ ਨਹੀਂ ਹੋਣਾ ਯਾਰ। ਪੱਤੇ ਨੂੰ ਕੀ ਕਰੋਗੇ? ਸਾੜੋ। ਹੁਣ ਵੇਖੋ, ਤਾਂ ਫਿਰ ਵੀ ਉੱਥੇ ਹੀ ਹੈ, ਹੁਣ ਤਾਂ ਰਾਖ ਬਣ ਗਿਆ। ਖਤਮ ਕਰੋ ਇਹਨੂੰ। ਰਾਖ ਦਾ ਕੀ ਕਰੋਗੇ? ਰਾਖ ਨੂੰ ਪਾਣੀ 'ਚ ਤੈਰ ਦਿਓ, ਫਿਰ ਉਹ ਵੀ ਫਿਰ ਕਿਣਕੇ ਬਣ ਕੇ ਉੱਡ ਗਈ, ਨਿੱਕੇ ਨਿੱਕੇ ਤਿਨਕੇ ਬਣ ਗਈ। ਹੁਣ ਖਤਮ ਤੇ ਕੁਝ ਹੁੰਦਾ ਹੀ ਨਹੀਂ। ਕਾਮ ਕ੍ਰੋਧ ਕਿੱਥੇ ਖਤਮ ਹੋਣਗੇ? ਊਰਜਾ ਐਨਰਜੀ ਖਤਮ ਨਹੀਂ ਹੋਏਗੀ। ਤਾਂ ਕਰਕੇ ਖਿਆਲ ਰੱਖੋ, ਕੁਦਰਤ ਨਾਲ ਲੜਨਾ, ਰੱਬ ਨਾਲ ਲੜਨਾ, ਲੜਨਾ ਨਹੀਂ। ਅਸੀਂ ਇਹਦੇ ਯਾਰ ਬਣਨਾ ਹੈ। ਕੁਦਰਤ ਦੇ ਯਾਰ ਬਣੋ, ਇਹਨੂੰ ਵਰਤਣਾ ਸਿੱਖੋ, ਇਹਦੇ ਨਾਲ ਪਿਆਰ ਪਾਓ। ਇਹ ਤਾਂ ਤੁਹਾਡੇ ਕੰਮ ਆਏਗੀ। ਰੱਬ ਮੇਰੇ ਕੰਮ ਕਰੇਗਾ, ਤੂੰ ਭਗਤਾਂ ਕੈ ਵਸ। ਇਹਨੂੰ ਕਹਿੰਦੇ ਨੇ ਸਭ ਕੋ ਤੇਰੇ ਵਸ, ਅਗੰਮ ਅਗੋਚਰਾ ਤੂੰ ਭਗਤਾਂ ਕੈ ਵਸ। ਭਗਤਾਂ ਤਾਣ ਤੇਰਾ, ਤੇਰੇ ਨਾਲ ਕਿੱਦਾਂ ਤੈਨੂੰ ਵਰਤਣਾ ਇਹ ਭਗਤ ਜਾਣਦੇ ਨੇ। ਤੈਨੂੰ ਵਸ 'ਚ ਕਿਵੇਂ ਰੱਖਣਾ ਉਹਨਾਂ ਨੂੰ ਆਉਂਦਾ ਹੈ। ਇਹਨਾਂ ਤਾਕਤਾਂ ਨੂੰ ਵਸ 'ਚ ਰੱਖਣਾ, ਪਰਮਾਤਮਾ ਨੂੰ ਵਸ 'ਚ ਰੱਖਣਾ, ਕਿਉਂਕਿ ਸਭ ਗੋਬਿੰਦ ਹੈ, ਸਾਰਾ ਕੁਝ ਪਰਮਾਤਮਾ ਹੀ ਹੈ। ਇਸ ਨੁਕਤੇ ਨੂੰ ਸਮਝਣਾ, ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ ਯਾਦ ਰੱਖੋ, ਇਹਨਾਂ ਨੂੰ ਵਰਤਣਾ। ਗਿਆਨੀ ਬਣੋ, ਗਿਆਨੀਆਂ ਦੇ ਗੁਣ ਬਣਨਗੇ। ਅਗਿਆਨੀ ਨਾ ਬਣੋ, ਮੂਰਖ ਨਾ ਬਣੋ, ਫਿਰ ਇਹ ਦੱਬ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।